ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਭੀਮ ਚੰਦ ਕਹਿਲੂਰਪਤੀ ਰਾਜੇ ਦਾ ਦੂਤ ਕੋਤਵਾਲ ਭੀਮ ਚੰਦ ਦਾ ਭੇਜਿਆ ਹੋਇਆ ਸਤਿਗੁਰਾਂ ਦੇ ਕੋਲੋਂ ਧੰਨ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲੋਂ ਪ੍ਰਸ਼ਾਦੀ ਹਾਥੀ ਲੈਣ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਆਇਆ। ਜਿਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਪਹੁੰਚਿਆ, ਇੱਥੇ ਆ ਕੇ ਸੁਚੇਤ ਹੋ ਕੇ ਜਲ ਪਾਣੀ ਵਰਤ ਕੇ ਤੇ ਨਗਰ ਵਾਸੀ ਸੰਗਤਾਂ ਨੂੰ ਗੁਰਾਂ ਦੇ ਬਾਬਤ ਪੁੱਛਿਆ ਤੇ ਸਿੱਖਾਂ ਦੱਸਿਆ ਕਿ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ ਹੈ। ਸਤਿਗੁਰੂ ਜੀ ਦੀਵਾਨ ਵਿੱਚ ਗੁਰਤਾ ਸਿੰਘਾਸਨ ਤੇ ਸੁਸ਼ੋਭਿਤ ਦਰਸ਼ਨ ਦੇ ਰਹੇ ਹਨ। ਸੁਣ ਕੇ ਇਹ ਕੋਤਵਾਲ ਜਿਹੜਾ ਹੈ ਇਹ ਸਤਿਗੁਰਾਂ ਦੇ ਦਰਬਾਰ ਦੇ ਵੱਲ ਗਿਆ ਹੈ ਤੇ ਦਰਵਾਜ਼ੇ ਮੂਹਰੇ ਜਾ ਕੇ ਖਲੋਤਾ ਹੈ। ਇਹ ਪ੍ਰਸੰਗ ਆਪਾਂ ਪਿਛਲੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਹੁੰਚ ਪੌਰ ਪਰ ਕੀਨ ਬਤਾਵਨ। ਸਤਿਗੁਰਾਂ ਦੇ ਦਰਬਾਰ ਦੇ ਪੌਰ ਦਰਵਾਜ਼ੇ 'ਤੇ ਪਹੁੰਚਿਆ ਤੇ ਪਹੁੰਚ ਕੇ ਜਿਹੜਾ ਦਰਬਾਨ 'ਚ ਹੀ ਖਲੋਤਾ ਸੀ, ਸਤਿਗੁਰਾਂ ਦੇ ਦਰਵਾਜ਼ੇ ਮੂਹਰੇ ਪਹਿਰੇਦਾਰ ਖਲੋਤਾ ਸੀ, ਉਸ ਨੂੰ ਕਿਹਾ ਮਾਮ ਸੁਧ ਅੰਤਰ ਕਰਹੁ ਜਨਾਵਨ। ਹੇ ਭਾਈ ਗੁਰਸਿੱਖਾ, ਮੈਂ ਭੀਮ ਚੰਦ ਦਾ ਭੇਜਿਆ ਹੋਇਆ ਉਸ ਦਾ ਦੂਤ ਬਣ ਕੇ ਆਇਆ ਹਾਂ। ਮੇਰੇ ਆਉਣ ਦੀ ਸੂਚਨਾ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚਾਓ ਅਤੇ ਸਤਿਗੁਰਾਂ ਦੇ ਕੋਲੋਂ ਮੇਰੇ ਮਿਲਣ ਦੀ ਅਨੁਮਤੀ ਜਿਹੜੀ ਆਗਿਆ ਹੈ ਉਹ ਲੈ ਕੇ ਆਓ। ਦੁਆਰਪਾਲ ਚੱਲ ਕੇ ਤਤਕਾਲਾ। ਦੁਆਰਪਾਲ ਬੜੀ ਹੀ ਛੇਤੀ ਦੇ ਨਾਲ ਸਤਿਗੁਰਾਂ ਦੇ ਦੀਵਾਨ ਵਿੱਚ ਗਿਆ। ਅਰਜ਼ ਗੁਜ਼ਾਰੀ ਨਿਕਟ ਕਿਰਪਾਲਾ। ਕਿਰਪਾਲੂ ਧੰਨ ਕਲਗੀਆਂ ਵਾਲੇ ਪਾਤਸ਼ਾਹ ਸਤਿਗੁਰਾਂ ਦੇ ਅੱਗੋਂ ਅਰਜ਼ ਕੀਤੀ ਹੈ, ਬੇਨਤੀ ਕੀਤੀ ਹੈ। ਪ੍ਰਭ ਜੀ ਮਹਿ ਪਾਲਕ ਕੁਟਵਾਲ। ਹੇ ਪ੍ਰਭੂ ਧੰਨ ਕਲਗੀਧਰ ਪਾਤਸ਼ਾਹ ਜਿਹੜਾ ਮਹਿ ਪਾਲਕ ਹੈ, ਭੀਮ ਚੰਦ ਰਾਜਾ ਹੈ, ਉਹਦਾ ਭੇਜਿਆ ਹੋਇਆ ਦੂਤ ਕੋਤਵਾਲ ਆਇਆ ਹੈ। ਦਰਸ ਰਾਵਰੋ ਚਹਿ ਵਿਸਾਲ। ਤੇ ਆਪ ਜੀ ਦੇ ਦਰਸ਼ਨਾਂ ਦਾ ਅਭਿਲਾਖੀ ਹੈ, ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਹੁਕਮ ਕੀਨ ਆਵਨ ਦੇਹੋ ਤਾਹੀ। ਸਤਿਗੁਰਾਂ ਨੇ ਹੁਕਮ ਕੀਤਾ ਕਿ ਭਾਈ ਆਉਣ ਦਿਓ ਉਸ ਨੂੰ, ਜੋ ਭੀਮ ਚੰਦ ਦਾ ਭੇਜਿਆ ਹੋਇਆ ਆਇਆ ਹੈ, ਤੇ ਭਾਈ ਉਸ ਨੂੰ ਆਉਣ ਦਿਓ। ਅੰਤਰ ਪ੍ਰਵਿਸ਼ਿਓ ਪਹੁੰਚਿਓ ਪਾਹੀ। ਦਰਵਾਨਚੀ ਨੇ ਜਾ ਕੇ ਸਤਿਗੁਰਾਂ ਵੱਲੋਂ ਅਨੁਮਤੀ ਹੈ ਇਹ ਕੋਤਵਾਲ ਨੂੰ ਦੱਸਿਆ ਹੈ ਤੇ ਕੋਤਵਾਲ ਦਰਵਾਜ਼ਾ ਲੰਘ ਕੇ ਅੰਦਰ ਪ੍ਰਵੇਸ਼ ਹੋਇਆ। ਸਤਿਗੁਰਾਂ ਦੇ ਸਜੇ ਅਤੇ ਭਰੇ ਦੀਵਾਨ ਵਿੱਚ ਪਹੁੰਚਿਆ। ਪਾਇਨ ਪਾਸ ਉਪਾਇਨ ਧਰ ਕੇ। ਸਤਿਗੁਰਾਂ ਦੇ ਪਾਵਨ ਸ਼੍ਰੀ ਚਰਨਾਂ ਕਮਲਾਂ ਦੇ ਅੱਗੋਂ
ਲਿਆਂਦੀਆਂ ਹੋਈਆਂ ਜਿਹੜੀਆਂ ਭੇਟਾਵਾਂ ਹਨ, ਨਜ਼ਰਾਨੇ ਹੈ, ਉਹ ਸਤਿਗੁਰਾਂ ਦੇ ਅੱਗੋਂ ਰੱਖੇ ਹੈ। ਹਾਥ ਬੰਦ ਅਬ ਬੰਧਨ ਕਰ ਕੈ, ਦੋਨੋਂ ਹੱਥ ਜੋੜੇ ਤੇ ਸਤਿਗੁਰਾਂ ਦੇ ਪਾਵਨ ਸ਼੍ਰੀ ਚਰਨਾਂ ਕਮਲਾਂ ਤੇ ਅਭਿਬੰਦਨ ਅਬ ਹਿਰਦੇ ਕਰਕੇ ਬੰਦਨ ਨਮਸਕਾਰ ਕੀਤੀ। ਆਏ ਸਪਾਏ ਬੈਠ ਕਰ ਗਇਓ, ਸਤਿਗੁਰਾਂ ਦੀ ਆਗਿਆ ਨੂੰ ਪਾ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਜਿੱਥੇ ਬਾਕੀ ਸੰਗਤਾਂ ਬੈਠੀਆਂ ਸਨ, ਇਹ ਕੋਤਵਾਲ ਵੀ ਬੈਠ ਗਿਆ। ਨਿਰੇਪ ਕੀ ਨਮੋ ਕਰਤ ਪੁਨ ਭਇਓ, ਫਿਰ ਰਾਜੇ ਭੀਮ ਚੰਦ ਦੀ ਵੀ ਨਮਸਕਾਰ ਸਤਿਗੁਰਾਂ ਨੂੰ ਕੀਤੀ ਹੈ। ਸ਼੍ਰੀ ਕਲਗੀਧਰ ਬਾਕ ਉਚਰਿਓ, ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਨੇ ਆਏ ਹੋਏ ਇਸ ਕੋਤਵਾਲ ਨੂੰ ਵੇਖ ਕੇ ਜਿੱਥੇ ਸਨਮਾਨ ਦਿੱਤਾ ਹੈ, ਉੱਥੇ ਸਤਿਗੁਰੂ ਜੀ ਪੁੱਛਦਿਆਂ ਹੋਇਆ ਕਹਿਣ ਲੱਗੇ, ਕਹੋ ਕਿਮ ਰਾਜੇ ਭੇਜਨ ਕਰਿਓ, ਕਿ ਭਾਈ ਦੱਸਣਾ ਕਰੋ ਕਿ ਤੁਹਾਨੂੰ ਰਾਜੇ ਭੀਮ ਚੰਦ ਨੇ ਕਿਸ ਕਾਰਨ ਵਸ ਭੇਜਿਆ ਹੈ। ਜਾਨ ਕਹਾਂ ਅਫਰਿਓ ਹੰਕਾਰੀ, ਜਾਨ ਕਈ ਅੰਤਰਜਾਮਤਾ ਨਾਲ ਸਤਿਗੁਰੂ ਜੀ ਜਾਣਦੇ ਹੈ। ਪਾਤਸ਼ਾਹ ਨੂੰ ਪਤਾ ਹੈ ਕਿ ਭੀਮ ਚੰਦ ਅਹੰਕਾਰ ਵਿੱਚ ਆਫਰਿਆ ਹੋਇਆ ਹੈ। ਕਪਟ ਕਠੋਰ ਕੁਟਲਤਾ ਧਾਰੀ, ਬੜਾ ਕਪਟੀ ਹੈ ਭੀਮ ਚੰਦ, ਕਠੋਰ ਮਨ ਵਾਲਾ ਹੈ ਤੇ ਕੁਟਲਤਾ ਟੇਢਾਪੁਣਾ ਭੀਮ ਚੰਦ ਨੇ ਮਨ ਵਿੱਚ ਧਾਰਨ ਕੀਤਾ ਹੋਇਆ। ਪਾਤਸ਼ਾਹ ਜਾਣਦੇ ਅੰਤਰਜਾਮਤਾ ਨਾਲ, ਜਾਣਦਿਆਂ ਹੋਇਆਂ ਵੀ ਸਤਿਗੁਰੂ ਜੀ ਅਣਜਾਣਾਵਤ ਆਏ ਹੋਏ ਇਸ ਕੋਤਵਾਲ ਦੇ ਕੋਲੋਂ ਇਸ ਦੇ ਆਉਣ ਦਾ ਕਾਰਨ ਪੁੱਛਦੇ ਐ। ਸੋਨ ਕੁਟਵਾਰ ਭਨੀ ਮੁਖ ਬਾਨੀ, ਪਾਤਸ਼ਾਹ ਨੇ ਜਿਸ ਵੇਲੇ ਪੁੱਛਿਆ, ਹੈ ਭਾਈ ਰਾਜੇ ਨੇ ਭੇਜਿਆ ਹੈ ਤੁਹਾਨੂੰ ਤੇ ਕਿਸ ਕਾਰਨ ਵਸ ਭੇਜਿਆ ਹੈ, ਕਿਉਂ ਤੁਹਾਡਾ ਆਗਮਨ ਹੋਇਆ ਹੈ, ਤਾਂ ਗੁਰਾਂ ਦੇ ਇਹ ਬਚਨ ਸੁਣ ਕੇ ਇਹ ਜਿਹੜਾ ਆਇਆ ਹੋਇਆ ਦੂਤ ਉਹ ਕਹਿਣ ਲੱਗਾ, ਅਗਰ ਆਪ ਕੇ ਬਿਨੈ ਬਖਾਨੀ, ਇਹ ਸਤਿਗੁਰੂ ਜੀ ਭੀਮ ਚੰਦ ਨੇ ਆਪ ਜੀ ਦੇ ਅੱਗੋਂ ਬਿਨੈ ਕੀਤੀ ਹੈ, ਪ੍ਰਾਰਥਨਾ ਕੀਤੀ ਹੈ। ਇਹ ਸਰਲ ਤੁਮ ਪੰਥ ਭਲੇਰਾ, ਇਹ ਜਿਹੜਾ ਆਪ ਜੀ ਦਾ ਪੰਥ ਹੈ, ਆਪ ਜੀ ਦਾ ਇਹ ਭਲਾਈ ਵਾਲਾ ਰਸਤਾ ਹੈ, ਉਸ ਰਸਤੇ ਤੇ ਸਰਲ ਮਨ ਦੇ ਨਾਲ ਭੀਮ ਚੰਦ ਚੱਲਦਾ ਹੈ ਅਤੇ ਕਹਿੰਦਾ ਹੈ ਕਿ ਤੁਹਾਡਾ ਜਿਹੜਾ ਇਹ ਪੰਥ ਹੈ ਭਲਾਈ ਵਾਲਾ, ਬੜਾ ਸਰਲ ਤੇ ਸਿੱਧਾ ਪੰਥ ਹੈ, ਰਸਤਾ ਹੈ। ਜਸ ਕੋ ਉਚਰਤ ਸਾਂਝ ਸਵੇਰਾ, ਇਹ ਸਤਿਗੁਰੂ ਜੀ ਦਿਨ ਰਾਤ ਭੀਮ ਚੰਦ ਆਪ ਜੀ ਦਾ ਜਸ ਹੀ ਕਰਦਾ ਰਹਿੰਦਾ ਹੈ, ਆਪ ਜੀ ਦੀ ਮਹਿਮਾ ਹੀ ਕਰਦਾ ਰਹਿੰਦਾ ਹੈ। ਰਾਵਰ ਕੋ ਪਾਵਨ ਲਖ ਪਾਵਨ, ਤੇ ਆਪ ਜੀ ਦੇ ਪਾਵਨ ਚਰਨਾਂ ਨੂੰ ਪਾਵਨ ਕਹੀਏ, ਪਵਿੱਤਰ ਲਖ ਕੇ ਜਾਣ ਕੇ। ਚਾਹਤ ਹਿਰਦੇ ਸਾਝ ਕੋ ਪਾਵਨ, ਤੇ ਹਿਰਦੇ ਵਿੱਚ ਚਾਹੁੰਦਾ ਹੈ ਆਪ ਜੀ ਦੇ ਨਾਲ ਸਾਂਝ ਪਾਉਣੀ, ਆਪ ਜੀ ਦੇ ਨਾਲ ਮੇਲ ਮਿਲਾਪ ਕਰਨਾ ਚਾਹੁੰਦਾ ਹੈ। ਆਨ ਪਰਿਓ ਕਾਰਜ ਅਬ ਐਸੋ, ਅਬ ਹੁਣ ਕੋਈ ਐਸਾ ਅਤੀ ਅਵਸ਼ਕ ਜ਼ਰੂਰੀ ਕਾਰਜ ਭੀਮ ਚੰਦ ਨੂੰ ਆਣ ਪਿਆ ਹੈ। ਪਠਿਓ ਵਕੀਲ ਗਇਓ ਕਹਿ ਜੈਸੋ, ਜਿਸ ਕਾਰਨ ਵਸ ਵਕੀਲ ਵੀ ਭੇਜਿਆ ਸੀ ਭੀਮ ਚੰਦ ਨੇ ਆਪ ਜੀ ਦੇ ਚਰਨਾਂ ਵਿੱਚ, ਤੇ ਜੋ ਆਪ ਜੀ ਨਾਲ ਬਚਨ ਬਿਲਾਸ ਕਰਕੇ ਤੇ ਹੁਣ ਗਿਆ ਹੀ ਹੈ ਭੀਮ ਚੰਦ ਦੇ ਕੋਲ ਵਾਪਸ, ਤੇ ਉਸੇ ਕਾਰਨ ਵਸ ਮੈਂ ਵੀ ਆਇਆ ਹਾਂ। ਸਗਿਅਨ ਕੇ ਲਾਗੀ ਅਬ ਆਵੇ, ਕਿਉਂਕਿ ਜਿਹੜੇ ਸਗਿਅਨ, ਜਿਹੜੇ ਸਕੇ ਹਨਗੇ ਅਰਥਾਤ ਸੰਬੰਧੀ ਹਨਗੇ, ਜਿਹੜੇ ਕੁੜਮ ਹਨਗੇ,
ਭੀਮ ਚੰਦ ਦੇ ਉਹਨਾਂ ਦੇ ਲਾਗੀ ਆਉਣੇ ਆ। ਭੀਮ ਚੰਦ ਦੇ ਕੋਲ ਫਤਿਹ ਸ਼ਾਹ ਰਾਜਾ ਜਿਹੜਾ ਹੈ ਉਹਨੇ ਲਾਗੀ ਭੇਜਣੇ ਆ। ਚਾਹੇ ਅਜਾਇਬ ਵਸਤ ਦਿਖਾਵੇ। ਤੇ ਭੀਮ ਚੰਦ ਚਾਹੁੰਦਾ ਹੈ ਕਿ ਆਏ ਹੋਏ ਲਾਗੀਆਂ ਨੂੰ ਅਜਬ ਜਿਹੜੀਆਂ ਅਜੀਬ ਵਸਤੂਆਂ ਹਨ ਉਹ ਮੈਂ ਵਿਖਾ ਕੇ ਤੇ ਉਹਨਾਂ ਨੂੰ ਪ੍ਰਭਾਵਿਤ ਕਰਾਂ। ਗੁਰ ਘਰ ਬਿਨਾ ਅਪਰ ਥਲ ਨਾਹੀ। ਤੇ ਉਹ ਅਜੀਬ ਵਸਤੂਆਂ ਗੁਰੂ ਘਰ ਤੋਂ ਬਿਨਾ ਅਪਰ ਹੋਰ ਸਥਾਨ ਤੇ ਕਿਤੇ ਹੈ ਨਹੀਂ ਹੈ। ਬਾਰ ਬਾਰ ਜਾਂ ਤੇ ਪਾਠ ਪਾਹੀ। ਇਸ ਵਾਸਤੇ ਉਹ ਅਜੀਬ ਵਸਤੂਆਂ ਕੁੜਮਾਂ ਦੇ ਲਾਗੀਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਭੀਮ ਚੰਦ ਚਾਹੁੰਦਾ ਹੈ ਆਪ ਜੀ ਦੇ ਕੋਲੋਂ ਪ੍ਰਾਪਤ ਕਰਨੀਆਂ। ਇਸ ਵਾਸਤੇ ਵਾਰ-ਵਾਰ ਆਪ ਜੀ ਦੇ ਕੋਲ ਆਪਣੇ ਸੇਵਕ ਆਪਣੇ ਅਹਲਕਾਰਾਂ ਨੂੰ ਭੇਜਦਾ ਹੈ। ਬਨ ਹੈ ਆਪ ਕੋ ਭੀ ਆਪ ਐਸੇ। ਸੋ ਇਹ ਧੰਨ ਕਲਗੀਧਰ ਪਾਤਸ਼ਾਹ ਆਪ ਜੀ ਨੂੰ ਵੀ ਹੁਣ ਇਸ ਤਰ੍ਹਾਂ ਹੀ ਕਰਨਾ ਬਾਣ ਆਉਂਦਾ ਹੈ। ਰਾਜੇ ਸੰਗ ਰਹਿ ਰਸ ਜੈਸੇ। ਕਿ ਜਿਸ ਤਰ੍ਹਾਂ ਰਾਜਾ ਭੀਮ ਚੰਦ ਦੇ ਨਾਲ ਆਪ ਜੀ ਦਾ ਰਸ ਬਣਿਆ ਰਵੇ, ਆਪ ਜੀ ਦਾ ਪ੍ਰੇਮ ਬਣਿਆ ਰਵੇ। ਜੇ ਬਾਈ ਸ ਧਾਰ ਕੇ ਈਸ਼। ਕਿਉਂਕਿ ਜਿਹੜੇ 22 ਧਾਰ ਦੇ ਈਸ ਹਨ, 22 ਧਾਰ ਦੇ ਰਾਜੇ ਹਨ। ਸਭ ਕੇ ਸੀਸਨ ਪਰ ਆਦੀਸ਼। ਸਾਰਿਆਂ ਹੀ ਰਾਜਿਆਂ ਦੇ ਉੱਪਰੋਂ ਦੀ ਇਹ ਆਧੀਸ਼ ਹੈ, ਸਾਰਿਆਂ ਦਾ ਰਾਜਾ ਹੈ। ਅਰਥਾਤ ਜਿੰਨੇ ਵੀ 22 ਧਾਰ ਦੇ ਰਾਜੇ ਹਨ ਉਹ ਸਾਰਿਆਂ ਦਾ ਸ਼ਿਰਮੌਰ ਤੇ ਸਾਰਿਆਂ ਦਾ ਆਗੂ ਰਾਜਾ ਭੀਮ ਚੰਦ ਹੀ ਹੈ। ਪਰਬਤ ਪਤ ਸੰਸਾਰ ਨਹਿ ਕੋਈ। ਇਹ ਪਰਬਤਪਤੀ ਜਿਹੜਾ ਭੀਮ ਚੰਦ ਹੈ ਪਹਾੜੀ ਰਾਜਾ, ਇਹਦੇ ਸਮਸਰ ਇਹਦੇ ਬਰਾਬਰ ਹੋਰ ਕੋਈ ਦੂਜਾ ਨਹੀਂ ਹੈ। ਸਕਲ ਰੀਤ ਤੇ ਦੀਰਘ ਸੋਈ। ਹਰ ਤਰ੍ਹਾਂ ਦੇ ਨਾਲ ਇਹ ਦੀਰਘ ਰਾਜਾ ਹੈ, ਵੱਡਾ ਰਾਜਾ ਹੈ। ਉਚਿਤ ਆਪ ਕੋ ਰਸ ਹੀ ਰਾਖਨ। ਸੋ ਇਹ ਧੰਨ ਕਲਗੀਧਰ ਪਾਤਸ਼ਾਹ ਆਪ ਜੀ ਨੂੰ ਇਹੀ ਉਚਿਤ ਹੈ, ਇਹੀ ਯੋਗ ਹੈ ਕਿ ਆਪ ਭੀਮ ਚੰਦ ਦੇ ਨਾਲ ਰਸ ਬਣਾਈ ਰੱਖੋ, ਪ੍ਰੇਮ ਬਣਾਈ ਰੱਖੋ। ਪੂਰਾ ਸਭ ਹੀ ਕੀ ਅਬਿਲਾਖਨ। ਅਤੇ ਆਪ ਸਾਰਿਆਂ ਦੀ ਅਬਿਲਾਖਾ ਪੂਰਨ ਕਰਦੇ ਹੋ, ਸਾਰਿਆਂ ਦੀਆਂ ਇੱਛਾਵਾਂ ਪੂਰਨ ਕਰਦੇ ਹੋ। ਦੋਹੇ ਦੇਸ਼ ਸੰਦ ਰਹਿ ਸ਼ੋਭ ਬਾਤੀ। ਤੇ ਆਪ ਜੀ ਦੀ ਅਤੇ ਭੀਮ ਚੰਦ ਦੀ ਸੰਧ ਬਣੀ ਰਵੇ, ਮੇਲ ਮਿਲਾਪ ਬਣਿਆ ਰਵੇ। ਇਹੀ ਸ੍ਰਿਸ਼ਟ ਗੱਲ ਹੈ, ਫਿਰ ਸਾਰਿਆਂ ਦੀ ਅਬਿਲਾਖਾ ਹੈ। ਉਧਰ ਭੀਮ ਚੰਦ ਦੀ ਪਰਜਾ ਵੀ ਇਹੀ ਚਾਹੁੰਦੀ ਹੈ, ਆਪ ਜੀ ਦੀ ਉਮਤ ਸਿੱਖ ਸੰਗਤਾਂ ਵੀ ਇਹੀ ਚਾਹੁੰਦੀਆਂ ਹਨ। ਦੋਨਾਂ ਤਰਫਾਂ ਤੋਂ ਇਹੀ ਇੱਛਾ ਹੈ, ਸਮੂਹ ਹੀ ਸਾਰਿਆਂ ਦੀ, ਕਿ ਦੋਨੋਂ ਹੀ ਧਿਰਾਂ ਵਿੱਚ ਦੋਨੋਂ ਹੀ ਪੱਖਾਂ ਤੋਂ ਆਪਸੀ ਜਿਹੜਾ ਹੈ ਉਹ ਸੰਧ ਬਣਿਆ ਰਵੇ, ਮੇਲ ਮਿਲਾਪ ਪ੍ਰੇਮ ਬਣਿਆ ਰਵੇ। ਡਰ ਹੈ ਜੇ ਸਗਰੇ ਬ੍ਰਿੰਦ ਅਰਾਤੀ। ਕਿਉਂਕਿ ਜਿੰਨੇ ਵੀ ਰਾਤੀ ਨਾਮ ਵੈਰੀ ਹਨਗੇ ਉਹ ਫਿਰ ਡਰਦੇ ਰਹਿਣਗੇ। ਜਦ ਆਪ ਜੀ ਤੇ ਭੀਮ ਚੰਦ ਦਾ ਆਪਸੀ ਮੇਲ ਮਿਲਾਪ ਰਵੇਗਾ ਤੇ ਬਾਕੀ ਜਿਹੜੇ ਅਰਾਤੀ ਹਨ, ਵੈਰੀ ਸ਼ਤਰੂ ਹਨ, ਉਹ ਬੁਰੀ ਦ੍ਰਿਸ਼ਟੀ ਨਹੀਂ ਪਾ ਸਕਣਗੇ ਆਪ ਜੀ ਤਥਾ ਭੀਮ ਚੰਦ ਉੱਪਰ। ਕਾਰਜ ਪਰੈ ਪਰਸਪਰ ਘਨੇ। ਤੇ ਆਪਸ ਵਿੱਚ ਅਨੇਕ ਤਰ੍ਹਾਂ ਦੇ ਜਿਹੜੇ ਕਾਰਜ ਹਨ ਉਹ ਪੈਂਦੇ ਹੀ ਰਹਿੰਦੇ ਹਨ, ਅਗਾਂਹ ਭਵਿੱਖ ਵਿੱਚ ਵੀ ਪੈਣੇ ਹਨ। ਸੋ ਸੁਖੇ ਨਹੀਂ ਤਤ ਛਿਨ ਬਨੇ। ਤੇ ਜਦ ਕੋਈ ਕਾਰਜ ਆ ਬਣੇ ਤੇ ਜਦੋਂ ਇਸ ਤਰ੍ਹਾਂ ਸੰਧੀ ਹੋਵੇਗੀ, ਮਿਲਾਪ ਹੋਵੇਗਾ ਤੇ ਉਹ ਕਾਰਜ ਤਤ ਛਿਨ ਹੀ ਬਣ ਜਾਣਗੇ। ਅੜੇ ਹੋਏ ਕਾਰਜ ਵੀ ਦੋਨੋਂ ਧਿਰਾਂ ਮਿਲ ਕੇ ਸਵਾਰ ਲੈਣਗੀਆਂ। ਇਹ ਸਭ ਰਾਵਰ ਕੇ ਬਸ ਹੈ। ਪਰ ਹੁਣ ਇਹ ਸੰਧ ਰੱਖਣੀ, ਮਿਲਾਪ ਰੱਖਣਾ, ਮੇਲ ਰੱਖਣਾ
ਇਹ ਸਭ ਆਪ ਜੀ ਦੇ ਹੀ ਵਸ ਹੈ ਪਾਤਸ਼ਾਹ। हे ਧੰਨ ਗੁਰੂ ਕਲਗੀਧਰ ਪਾਤਸ਼ਾਹ, ਇਹ ਤੁਸੀਂ ਹੀ ਮੇਲ ਮਿਲਾਪ ਰੱਖ ਸਕਦੇ ਹੋ। ਰਾਖਨ ਰਸ ਨਤ ਬੇਰਸ ਚਹੈ। ਰਾਖਨ ਰਸ, ਆਪ ਜੀ ਹੁਣ ਰਸ ਰੱਖਣਾ ਚਾਹੁੰਦੇ ਹੋ, ਭੀਮ ਚੰਦ ਨਾਲ ਪ੍ਰੇਮ ਰੱਖਣਾ ਚਾਹੁੰਦੇ ਹੋ, ਨਤ ਅਥਵਾ ਬੇਰਸੀ ਚਾਹੁੰਦੇ ਹੋ, ਉਹਦੇ ਨਾਲ ਵਿਰੋਧਤਾ ਚਾਹੁੰਦੇ ਹੋ। ਕਹਾਂ ਬਾਤ ਇਹ ਵੱਡੀ ਨਾ ਕੋਈ। ਕਿਉਂਕਿ ਇਹ ਗੱਲ ਕਿੱਡੀ ਕਹਾਂ ਬਾਤ, ਕੀ ਗੱਲ ਹੈ? ਕੋਈ ਬਹੁਤ ਵੱਡੀ ਗੱਲ ਤੇ ਹੈ ਨਹੀਂ ਹੈ ਜੋ ਭੀਮ ਚੰਦ ਨੇ ਕਹੀ ਹੈ। ਜਾਚੀ ਦੇਹੋ ਲੇਹੋ ਨਿਜ ਸੋਈ। ਉਹਨੇ ਜਾਚਨਾ ਕੀਤੀ ਹੈ, ਉਹ ਵੀ ਕੁਝ ਦਿਨਾਂ ਵਾਸਤੇ ਪ੍ਰਸ਼ਾਦੀ ਹਾਥੀ ਮੰਗਿਆ ਹੈ। ਐਡੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਆਪ ਦੇ ਦਿਓ ਤੇ ਫਿਰ ਲੈ ਲਿਓ, ਕਿਉਂਕਿ ਜਦੋਂ ਕੁੜਮਾਂ ਦੇ ਜਿਹੜੇ ਲਾਗੀ ਆ ਉਹ ਆ ਕੇ ਚਲੇ ਜਾਣਗੇ ਤੇ ਆਪਣਾ ਪ੍ਰਸ਼ਾਦੀ ਹਾਥੀ ਆਪ ਫਿਰ ਮੰਗਵਾ ਲਿਓ। ਭੀਮ ਚੰਦ ਸੈਲਿੰਦਰ ਬਿਲੰਦ। ਸਤਿਗੁਰੂ ਜੀ, ਜਿਹੜਾ ਭੀਮ ਚੰਦ ਹੈ ਉਹ ਸੈਲਿੰਦਰ, ਉਹ ਪਹਾੜੀ ਰਾਜਾ, ਬੜਾ ਬਿਲੰਦ ਰਾਜਾ ਹੈ, ਵੱਡਾ ਰਾਜਾ ਹੈ। ਤੁਮਰੇ ਕਾਜ ਸੁਧਾਰ ਹੈ ਬ੍ਰਿੰਦ। ਉਹ ਤੁਹਾਡੇ ਇੱਕ ਨਹੀਂ ਅਨੇਕਾਂ ਕਾਰਜ ਸੁਧਾਰੇਗਾ। ਕਈ ਤੁਹਾਡੇ ਐਸੇ ਕਾਰਜ ਜਿਨ੍ਹਾਂ ਵਿੱਚ ਭੀਮ ਚੰਦ ਤੁਹਾਡੀ ਸਹਾਇਤਾ ਕਰੇਗਾ। ਸੈਨਾ ਘਨੀ ਸਮੀਪ ਜਿਸੀ ਕੇ। ਫਿਰ ਜਿਹਦੇ ਕੋਲ ਸੈਨਾ ਬਹੁਤ ਜ਼ਿਆਦਾ ਹੈ, ਬਹੁਤ ਸੈਨਿਆ ਬਲ ਹੈ। ਸੈਲ ਦੇਸ ਅਨੁਸਾਰ ਤਿਸੀ ਕੇ। ਤੇ ਜਿੰਨਾ ਵੀ ਇਹ ਪਹਾੜਾਂ ਦਾ ਦੇਸ਼ ਹੈ, ਅਨੁਸਾਰ ਤਿਸੀ ਕੇ, ਇਹ ਸਾਡੇ ਸਾਰੇ ਹੀ ਪਹਾੜ ਤੇ ਪਹਾੜਾਂ ਦੇ ਵਿੱਚ ਵਾਸੀ ਜਿੰਨੇ ਵੀ ਹਨ ਉਹ ਸਾਰੇ ਹੀ ਭੀਮ ਚੰਦ ਦੇ ਅਧੀਨ ਹਨ, ਅਰਥਾਤ ਭੀਮ ਚੰਦ ਦੇ ਅਨੁਸਾਰੀ ਹਨ। ਵੱਡੋ ਪ੍ਰਤਾਪ ਐਸ਼ੁਰਜ ਭਾਰੋ। ਭੀਮ ਚੰਦ ਦਾ ਬਹੁਤ ਵੱਡਾ ਪ੍ਰਤਾਪ ਹੈ। ਭੀਮ ਚੰਦ ਦਾ ਬਹੁਤ ਵੱਡਾ ਪ੍ਰਤਾਪ ਹੈ। ਫਿਰ ਐਸ਼ਵਰਜ ਭਾਰੋ, ਉਹਦੇ ਕੋਲ ਸੰਪਤੀ ਬਹੁਤ ਹੈ ਭੀਮ ਚੰਦ ਕੋਲ। ਕਹੇ ਬਾਕ ਤੇ ਕਰਹਿ ਨਾ ਟਾਰੋ। ਸੋ ਕਹੇ ਬਾਕ ਤੇ, ਜੋ ਉਹਨੇ ਇਹ ਹਾਥੀ ਮੰਗਿਆ ਹੈ, ਆਪ ਵਚਨ ਕਹਿ ਕੇ ਹੁਣ ਟਾਲਾ ਨਾ ਕਰੋ ਤੇ ਹਾਥੀ ਜਿਹੜਾ ਉਹ ਭੀਮ ਚੰਦ ਨੂੰ ਦੇ ਦਿਓ। ਅਥਵਾ ਕਹੇ ਬਾਕ ਤੇ ਕਰਹਿ ਨਾ ਟਾਰੋ, ਜਿਹੜੀਆਂ ਉਹਨੇ ਵਚਨ ਕਹਿ ਦਿੱਤਾ ਹੈ ਕਿ ਮੈਂ ਹਾਥੀ ਜਦੋਂ ਲਾਗੀ ਹੋ ਕੇ ਚਲੇ ਗਏ ਮੈਂ ਵਾਪਸ ਮੋੜ ਦਿਆਂਗਾ, ਉਹ ਆਪਣੇ ਬਚਨ ਤੋਂ ਟਲੇਗਾ ਨਹੀਂ, ਮੁੜੇਗਾ ਨਹੀਂ, ਉਹ ਆਪਣੇ ਬਚਨ ਤੇ ਪ੍ਰਪੱਕ ਹੈ। ਸੋ ਤੁਸੀਂ ਹਾਥੀ ਦੇ ਦਿਓ, ਉਹ ਅਵਸ਼ ਹੀ ਵਾਪਸ ਮੋੜ ਦੇਵੇਗਾ। ਬਾਸ ਸਮੀਪੀ ਦੋਇਨ ਕੇਰਾ। ਫਿਰ ਦੋਵਾਂ ਦਾ ਹੀ ਸਮੀਪੀ ਕੋਲ ਵਾਸ ਹੈ। ਭੀਮ ਚੰਦ ਦੇ ਕੋਲ ਆਪ ਇੱਥੇ ਕਹਿਲੂਰ ਦੀ ਦੂਣ ਵਿੱਚ ਵਸਦੇ ਹੋ ਤੇ ਭੀਮ ਚੰਦ ਵੀ ਆਪ ਜੀ ਦੇ ਕੋਲ ਆਨੰਦਪੁਰ ਸਾਹਿਬ ਨਗਰੀ ਦੇ ਨਿਕਟੀ ਉਹ ਵੀ ਵਸਦਾ ਹੈ। ਸੰਦ ਕਰੇ ਸੁਖ ਸਭਨ ਵਡੇਰਾ। ਆਪਸੀ ਸੰਧ ਨਾਲ, ਆਪਸੀ ਮੇਲ ਜੋਲ ਰੱਖਣ ਦੇ ਨਾਲ ਦੋਨਾਂ ਹੀ ਧਿਰਾਂ ਨੂੰ ਤਥਾ ਸਾਰੀ ਹੀ ਪ੍ਰਜਾ ਨੂੰ, ਆਪ ਜੀ ਦੀ ਉਮਤ ਵੀ ਤੇ ਭੀਮ ਚੰਦ ਰਾਜੇ ਦੀ ਵੀ ਜਿੰਨੀ ਸਾਰੀ ਰਿਆਇਆ ਪ੍ਰਜਾ ਹੈ, ਸਾਰਿਆਂ ਨੂੰ ਹੀ ਵੱਡਾ ਘਣਾ ਸੁਖ ਹੋਵੇਗਾ। ਜਾਂ ਤੇ ਮੈਂ ਰਾਵਰ ਢਿਗ ਭੇਜਾ। ਸੋ ਇਹ ਕਾਰਨ ਹੈ ਮੇਰੇ ਆਗਮਨ ਦਾ। ਆਪ ਜੀ ਨੇ ਪੁੱਛਿਆ ਹੈ ਤੇ ਮੈਂ ਆਗਮਨ ਦਾ ਕਾਰਨ ਆਪ ਜੀ ਨੂੰ ਸਿਮਰ ਕਹਿ ਦਿੱਤਾ ਹੈ। ਕਹਿਓ ਸੰਦੇਸਾ ਆਸ ਆਬ ਲੈ ਜਾ। ਭੀਮ ਚੰਦ ਨੇ ਮੈਨੂੰ ਕਿਹਾ ਹੈ ਕਿ ਇਹ ਸੁਨੇਹਾ ਲੈ ਕੇ ਜਾ ਕਿ ਪ੍ਰਸ਼ਾਦੀ ਹਾਥੀ ਜਿਹੜਾ ਉਹ ਕੁਝ ਦਿਨਾਂ ਵਾਸਤੇ ਦੇ ਦਿਓ। ਦੋਹਰਾ ਨਿਪਟ ਕਪਟ ਕੇ ਕੂੜ ਬਾਚ। ਇਹ ਨਿਪਟ ਨਾਮ ਅਤਿਅੰਤ ਨਾਮ ਵਿਸ਼ੇਸ਼ ਕਰਕੇ, ਕਪਟ ਮਨ ਵਿੱਚ ਛਲ ਰੱਖ ਕੇ, ਕੂੜ ਬਾਚ
ਝੂਠ ਬੋਲ, ਜਿਹੜੇ ਝੂਠੀਆਂ ਗੱਲਾਂ, ਇਹ ਕੋਤਵਾਲ ਮਨ ਵਿੱਚ ਕਪਟ ਰੱਖ ਕੇ ਸਾਰਾ ਝੂਠ ਬੋਲ ਰਿਹਾ ਕਿ ਭੀਮ ਚੰਦ ਆਪ ਜੀ ਪ੍ਰਤੀ ਸ਼ਰਧਾਵਾਨ ਹੈ, ਭਾਵਨਾ ਵਾਲਾ ਹੈ, ਜਾਂ ਭੀਮ ਚੰਦ ਹਾਥੀ ਮੰਗਦਾ ਕਹਿੰਦਾ ਫਿਰ ਵਾਪਸ ਮੋੜ ਦਿਆਂਗਾ। ਇਹ ਸਾਰੀਆਂ ਕਪਟ ਵਾਲੀਆਂ ਝੂਠੀਆਂ ਗੱਲਾਂ ਕੋਤਵਾਲ ਨੇ ਕਹੀਆਂ। ਸੁਨ ਕਲਗੀ ਧਰ ਧੀਰ, ਬਹੁਤ ਵੱਡੇ ਧੀਰਜ ਧਾਰੀ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਜਿਸ ਵੇਲੇ ਕੋਤਵਾਲ ਦੀਆਂ ਗੱਲਾਂ ਸੁਣੀਆਂ, ਬੋਲੇ ਬਚਨ ਅਧੀਨ ਪ੍ਰਭ, ਤੇ ਅਧੀਨ ਜਿਨ੍ਹਾਂ ਨੂੰ ਕਿਸੇ ਦਾ ਭੈ ਨਹੀਂ ਹੈ, ਜੋ ਕਿਸੇ ਦੇ ਦੀਨ ਨਾਮ ਅਧੀਨ ਨਹੀਂ, ਨਿਰਭੈ ਸਰੂਪ ਹਨ ਧੰਨ ਕਲਗੀਧਰ ਪਾਤਸ਼ਾਹ। ਤੇ ਪਾਤਸ਼ਾਹ ਸੁਣ ਕੇ ਕਹਿਣ ਲੱਗੇ, ਜਾਬ ਤੂੰ ਗਿਰਪਤ ਤੀਰ। ਸਤਿਗੁਰੂ ਜੀ ਕਰਾਮਾਤ ਦਾ ਜਿਹੜਾ ਹੈ ਨਾ ਉਹ ਝਲਕੀ ਵਿਖਾਉਂਦੇ ਹੋਏ ਇਹ ਕੋਤਵਾਲ ਨੂੰ ਕਹਿਣ ਲੱਗੇ, ਹੇ ਕੋਤਵਾਲ, ਜਦੋਂ ਤੂੰ ਭੀਮ ਚੰਦ ਦੇ ਤੀਰ ਬੈਠਾ ਹੋਇਆ ਸੀ, ਭੀਮ ਚੰਦ ਦੇ ਕੋਲ ਬੈਠਾ ਹੋਇਆ ਸੀ, ਕਿਉ ਪਈ ਕਿਮ ਨ੍ਰਿਪ ਭਨਿਓ ਸੁਨਿਓ ਤੈਂ ਕਹਾ। ਭੀਮ ਚੰਦ ਨੇ ਉਦੋਂ ਕੀ ਕਿਹਾ ਸੀ, ਤੂੰ ਸੁਣਿਆ ਨਾ? ਸੁਣਿਆ ਕਿ ਨਹੀਂ ਸੁਣਿਆ? ਜਦੋਂ ਬਿਲਾਸਪੁਰ ਵਿੱਚ ਭੀਮ ਚੰਦ ਦੇ ਕੋਲ ਤੋਂ ਬੈਠਾ ਸੀ, ਭੀਮ ਚੰਦ ਕੀ ਬੋਲ ਰਿਹਾ ਸੀ ਉਦੋਂ? ਗਰਬਤ ਬਚਨ ਕਹੇ ਤਿਨ ਜਹਾਂ। ਜਹਾਂ ਭਾਵ ਜਿੱਥੇ ਉਹਨੇ ਆਪਣੇ ਮੰਤਰੀ ਮੰਡਲ ਨੂੰ ਬਿਠਾਇਆ ਹੋਇਆ ਸੀ ਤੇ ਬੜੇ ਗਰਭ ਸੰਯੁਗਤ ਅਹੰਕਾਰ ਵਿੱਚ ਆਫਰੇ ਹੋਏ ਨੇ, ਇਸ ਤਰ੍ਹਾਂ ਬਚਨ ਕਹੇ ਸੀ। ਤਿਨ ਸੋ ਕਿਮ ਹੋਏ ਮੇਲ ਹਮਾਰਾ। ਤਿਨਾਂ ਦੇ ਨਾਲ ਭਾਵ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਮੇਰਾ ਕਿਵੇਂ ਮਿਲਾਪ ਹੋ ਸਕਦਾ ਹੈ? ਮੈਂ ਆਪਣੀ ਬਰਾਦਰੀ ਵਿੱਚ, ਮੈਂ ਆਪਣੇ ਭਰਾਵਾਂ ਵਿੱਚ ਕੀ ਮੂੰਹ ਲੈ ਕੇ ਬੈਠਾਂਗਾ ਕਿ ਕੀ ਮੂਰਤੀਆਂ ਪੂਜਨ ਛੱਡ ਕੇ ਤੇ ਇੱਕ ਬਾਲਕ ਦੇ ਜਾ ਚਰਣੀ ਲੱਗਾ ਹੈ। ਇਸ ਤਰ੍ਹਾਂ ਭੀਮ ਚੰਦ ਨਹੀਂ ਸੀ ਬੋਲਿਆ। ਸਤਿਗੁਰੂ ਜੀ ਕੋਤਵਾਲ ਨੂੰ ਭੀਮ ਚੰਦ ਦੀਆਂ ਸਾਰੀਆਂ ਹੀ ਗੱਲਾਂ ਦੱਸ ਰਹੇ ਆ। ਕਰਹਿ ਕਪਟ ਕਪਟੀ ਕੁੜਿਆਰਾ। ਸਤਿਗੁਰੂ ਜੀ ਕਹਿਣ ਲੱਗੇ ਭੀਮ ਚੰਦ ਕੂੜਿਆਰ ਹੈ, ਝੂਠਾ ਹੈ, ਮਨ ਵਿੱਚ ਕਪਟ ਹੈ, ਉਸ ਦੇ ਛਲ ਹੈ ਤੇ ਕਪਟ ਕਰਦਾ ਹੈ ਸਾਡੇ ਨਾਲ। ਕਹਿਓ ਕਿ ਮੋਸੋਂ ਬਿਗੜੈ ਜਬੈ। ਭੀਮ ਚੰਦ ਕਹਿੰਦਾ ਸੀ ਨਾ ਕਿ ਜਦੋਂ ਮੇਰੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਿਗੜ ਜਾਣਗੇ, ਇਸ ਥਲ ਬਸੈ ਜਾਏ ਗੁਰ ਤਬੈ। ਤੇ ਮੈਂ ਉਹਨਾਂ ਨੂੰ ਅਨੰਦਪੁਰ ਸਾਹਿਬ ਨਗਰੀ ਚੋਂ ਕੱਢ ਦਿਆਂਗਾ। ਮੈਂ ਆਪਣੇ ਦੇਸ਼ ਕਹਿਲੂਰ ਵਿੱਚੋਂ ਕੱਢ ਦਿਆਂਗਾ। ਤੇ ਜਦ ਮੈਂ ਕੱਢ ਦਿਆਂਗਾ ਤੇ ਕਿੱਥੇ ਜਾ ਕੇ ਵਸਣਗੇ, ਕਿੱਥੇ ਜਾ ਕੇ ਰਹਿਣਗੇ? ਗੱਲਾਂ ਕਹੀਆਂ ਕਿ ਨਹੀਂ ਕਹੀਆਂ ਭੀਮ ਚੰਦ ਨੇ? ਦਿੱਲੀ ਪਤ ਕੇ ਸੰਗ ਬਿਗਾਰੇ। ਕਹਿੰਦਾ ਸੀ ਦਿੱਲੀ ਪਤੀ ਔਰੰਗਜ਼ੇਬ ਨਾਲ ਵੀ ਉਹਨਾਂ ਦਾ ਵਿਗਾੜ ਪਿਆ ਹੋਇਆ ਹੈ, ਉਹਦੇ ਨਾਲ ਵੀ ਸ਼ਤਰੁਤਾ ਹੈ। ਯਹ ਗੁਰ ਵੱਡੇ ਬਿਕੁੰਠ ਸਿਧਾਰੇ। ਜਿੱਥੇ ਵੱਡੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਦਿੱਲੀ ਚਾਂਦਨੀ ਚੌਂਕ ਅੰਦਰ ਸ਼ਹਾਦਤ ਦੇ ਕੇ ਆਪਣੇ ਪਰਮ ਧਾਮ ਸੱਚਖੰਡ ਨੂੰ ਪਿਆਨਾ ਕਰ ਜਾਣਾ ਕੀਤਾ। ਸੋ ਆਸ਼ੈ ਕਿਆ ਸਮਝੈ ਮਾਨੀ। ਉਹ ਜਿਹੜਾ ਮਾਨੀ ਹੈ, ਹੰਕਾਰੀ ਹੈ ਭੀਮ ਚੰਦ, ਉਹ ਗੁਰੂ ਦਾ ਆਸ਼ਾ, ਗੁਰੂ ਦਾ ਸਿਧਾਂਤ, ਗੁਰੂ ਦੇ ਲਕਸ਼ ਨੂੰ ਕੀ ਸਮਝ ਸਕਦਾ ਹੈ? ਉਹ ਮੂਰਖ ਨੂੰ ਕੀ ਪਤਾ ਹੈ? ਰਾਖੈ ਹੈ ਹਿੰਦਨ ਲਾਜ ਮਹਾਨੀ। ਕਿ ਸਤਿਗੁਰੂ ਜੀ ਹਿੰਦ ਧਰਮ ਦੀ ਲੱਜਾ ਨੂੰ ਰੱਖਣ ਵਾਲੇ ਹੈ। ਹਿੰਦ ਧਰਮ ਦੀ ਲੱਜਾ ਜੇ ਰੱਖੀ ਹੈ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਰੱਖੀ ਹੈ। ਤਿਲਕ ਜੰਨੂ ਜੇ ਬਚਿਆ ਹੈ ਤੇ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਬਦੌਲਤ ਹੀ ਬਚਿਆ ਹੈ। ਪਰ ਉਹ ਮੂਰਖ ਭੀਮ ਚੰਦ ਕੀ ਜਾਣੇ।
ਸੀਸ ਦਿਲੀਸ਼ਰ ਕੇ ਹੋਏ ਆਪੇ। ਇਹ ਤਾਂ ਦਿੱਲੀਸ਼ਵਰ ਦਿੱਲੀ ਰਾਜਾ ਜਿਹੜਾ ਔਰੰਗਜ਼ੇਬ ਹੈ ਉਹਦੇ ਸਿਰ ਠੀਕਰ ਫੋੜ ਤਾਜ ਗਏ ਸੁਮਤ ਸੇ ਜਾਪੇ। ਆਪਣਾ ਤਨ ਤਿਆਗ ਕੇ ਗਏ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ। ਉਹ ਔਰੰਗਜ਼ੇਬ ਦੇ ਸ਼ਹੀਦ ਕੀਤਿਆਂ ਸ਼ਹੀਦ ਨਹੀਂ ਹੋਏ, ਉਹਦੇ ਜਲਾਦਾਂ ਦੁਆਰਾ ਤਲਵਾਰ ਚਲਾਇਆ, ਉਹਨਾਂ ਦਾ ਸੀਸ ਧੜ ਨਾਲੋਂ ਅਲੱਗ ਨਹੀਂ ਹੋਇਆ। ਉਹ ਤਾਂ ਕੇਵਲ ਇੱਕ ਠੀਕਰ ਫੋੜੀ ਹੈ, ਕਲੰਕ ਲਾਇਆ ਹੈ ਔਰੰਗਜ਼ੇਬ ਦੇ ਮੱਥੇ ਤੇ। ਕਿੰਤੂ ਤਿਲਕ ਜੰਝੂ ਦੀ ਰੱਖਿਆ ਵਾਸਤੇ ਔਰੰਗਜ਼ੇਬ ਦੇ ਮੱਥੇ ਤੇ ਕਲੰਕ ਲਾਉਂਦਿਆਂ ਹੋਇਆਂ ਸਵੈ ਇੱਛਾ ਦੇ ਨਾਲ ਆਪਣੇ ਪਰਮ ਧਾਮ ਨੂੰ ਗਏ ਹਨ। ਇਹ ਗੱਲ ਸਮਤ ਸੇ ਜਾਪੇ। ਜਿਹੜੇ ਸ੍ਰੇਸ਼ਟ ਮਤ ਵਾਲੇ ਆ ਨਾ, ਸਿਆਣੇ ਸੂਝਵਾਨ, ਉਹ ਇਹ ਗੱਲ ਜਾਣਦੇ ਆ। ਅਮੂਰਖ ਕੀ ਜਾਣੇ, ਭੀਮ ਚੰਦ ਉਹਨੂੰ ਕੀ ਪਤਾ ਹੈ। ਜਗ ਮਹਿ ਸਥਿਰ ਰਹਿਓ ਨਾ ਕੋਈ। ਜਗਤ ਦੇ ਵਿੱਚ ਕੋਈ ਸਥਿਰ ਨਹੀਂ ਰਿਹਾ। ਸੰਸਾਰ ਵਿੱਚ ਕੌਣ ਹੈ ਜਿਹੜਾ ਹਮੇਸ਼ਾ ਰਿਹਾ ਹੈ। ਜੋ ਉਪਜੈ ਹੈ ਸਭ ਬਿਨਸਤ ਸੋਈ। ਜੋ ਉਪਜਦਾ ਹੈ ਸਭ ਨੇ ਬਿਨਸਣਾ ਹੈ, ਜੋ ਆਇਆ ਹੈ ਸੋ ਸਭ ਨੇ ਜਾਣਾ ਹੈ। ਇਸ ਸੰਸਾਰ ਦੇ ਵਿੱਚ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ ਤਥਾ ਜੋ ਆਇਆ ਸੋ ਸਭ ਕੋ ਜਾਸੀ। ਕੂੜ ਕਰੋ ਅਹੰਕਾਰੋ, ਸਾਰਿਆਂ ਨੇ ਹੀ ਇੱਥੋਂ ਕੂਚ ਕਰ ਜਾਣਾ ਹੈ, ਚਲੇ ਜਾਣਾ ਹੈ। ਤਉ ਸੁਨਹ ਜੇ ਪਰਉਪਕਾਰੀ। ਤਾਂ ਵੀ ਹੇ ਵਕੀਲ ਤਥਾ ਹੇ ਕੋਤਵਾਲ ਸੁਣ, ਜਿਹੜੇ ਪਰਉਪਕਾਰੀ ਹੁੰਦੇ ਹਨ। ਤਜਹਿ ਸਰੀਰ ਮਹਾ ਮਤ ਧਾਰੀ। ਮਹਾ ਨਾਮ ਵੱਡੀ, ਮਤ ਨਾਮ ਉੱਚੀ ਮਤ ਨੂੰ ਧਾਰਨ ਕਰਨ ਵਾਲੇ ਜਿਹੜੇ ਪਰਉਪਕਾਰੀ ਹੁੰਦੇ ਹਨ, ਉਹ ਆਪਣਾ ਤਨ ਪਰਉਪਕਾਰ ਹੇਤੂ ਤਿਆਗਦੇ ਹਨ। ਸੇ ਜਗ ਮਹਿ ਜੀਵਤ ਹੀ ਜਾਨਹੁ। ਤੇ ਜਿਹੜੇ ਆਪਣਾ ਤਨ ਪਰਉਪਕਾਰ ਹੇਤੂ ਤਿਆਗਦੇ ਹਨ, ਪਰਉਪਕਾਰ ਵਾਸਤੇ ਸ਼ਹਾਦਤ ਦਿੰਦੇ ਹਨ, ਉਹਨਾਂ ਨੂੰ ਸੰਸਾਰ ਵਿੱਚ ਜਿਉਂਦਿਆਂ ਹੀ ਲਖੋ। ਉਹ ਕਿਧਰੇ ਨਹੀਂ ਗਏ ਹਨਗੇ, ਉਹ ਸੰਸਾਰ ਵਿੱਚ ਜਿਉਂਦੇ ਹਨ। ਸੋ ਜਸ ਜਹਾਂ ਕਹਿ ਭਲੇ ਪਰਮਾਨਹੁ। ਜਿੱਥੇ ਕਿਥੇ ਭਲੀ ਪ੍ਰਕਾਰ ਪਰ ਵਿਸ਼ੇਸ਼ ਕਰਕੇ ਮੰਨਣਾ ਕਰੋ। ਉਹਨਾਂ ਪਰਉਪਕਾਰੀ ਜਿਹੜੇ ਐਸੇ ਉੱਤਮ ਪੁਰਖ ਹੁੰਦੇ, ਉਹਨਾਂ ਦਾ ਜਸ ਹੁੰਦਾ। ਜਿੱਥੇ ਕਿਥੇ ਮਹਿਮਾ ਹੁੰਦੀ, ਕੀਰਤੀ ਹੁੰਦੀ। ਕਿਉ ਨਾ ਵਿਚਾਰ ਹਿਰਦੇ ਮਹਿ ਦੇਖਾ। ਇਹ ਗੱਲਾਂ ਵਿਚਾਰ ਕੇ ਹਿਰਦੇ ਅੰਦਰ ਕਿਉਂ ਨਹੀਂ ਵੇਖੀਆਂ ਤੂੰ ਅਥਵਾ ਭੀਮ ਚੰਦ ਨੇ। ਆਪਨ ਵੱਡੇ ਪਰ ਕਰਹੁ ਪਰੇਖਾ। ਆਪਣੇ ਵੱਡਿਆਂ ਤੇ ਦ੍ਰਿਸ਼ਟੀ ਮਾਰ ਕੇ ਪਰਖ ਕੇ ਵੇਖ ਲਓ। ਕੋ ਜੀਵਤ ਹੈ ਜਗਤ ਮਝਾਰੀ। ਕਿਹੜਾ ਸੰਸਾਰ ਵਿੱਚ ਜਿਉਂਦਾ ਹੈ। ਭੀਮ ਚੰਦ ਦਾ ਪਿਓ ਦਾਦਾ ਪੜਦਾਦਾ ਕੌਣ ਜਿਉਂਦਾ ਹੈ? ਕੋਈ ਹੈ ਹੁਣ? ਆਪਣੇ ਵੱਡਿਆਂ ਵਡੇਰਿਆਂ ਵੱਲ ਦ੍ਰਿਸ਼ਟੀ ਪਾ ਕੇ ਵੇਖ ਲੈ ਕਿ ਤੇਰੇ ਦਾਦੇ ਪੜਦਾਦੇ ਅੱਜ ਹਨ ਸੰਸਾਰ ਵਿੱਚ। ਇਹ ਨਿਯਮ ਹੈ ਸੰਸਾਰ ਦਾ, ਇਹ ਪ੍ਰਥਾ ਹੈ ਸੰਸਾਰ ਦੀ। ਜੋ ਸੰਸਾਰ ਵਿੱਚ ਆਇਆ ਹੈ ਉਸਨੇ ਇੱਥੋਂ ਜਾਣਾ ਹੀ ਹੈ। ਬਾਬਰ ਆਦਿਕ ਦਲ ਬਲ ਭਾਰੀ। ਜੇ ਭੀਮ ਚੰਦ ਆਪਣੀ ਸੱਤਾ, ਆਪਣੀ ਸੈਨਿਆਂ ਵੱਲ, ਆਪਣੇ ਸ਼ਸਤਰਾਗਾਰ ਦੇ ਬਲ, ਆਪਣੀ ਸ਼ਕਤੀ ਦੇ ਬਲ ਦਾ ਅਭਿਮਾਨ ਕਰਦਾ ਹੋਵੇ ਤੇ ਸਮਝਦਾ ਹੋਵੇ ਪਤਾ ਨਹੀਂ ਮੈਂ ਸਥਿਰ ਰਹਿਣਾ ਹੈ, ਤੇ ਸਲਤਨਤ ਮੁਗਲਿਆ ਦਾ ਸਮਰਾਟ ਬਾਬਰ ਜੋ ਕਿ ਗਜਨੀ ਵੱਲੋਂ ਆਇਆ, ਤੇ ਇਹ ਆਰਿਆਵਰਤ ਸਮਾਜ, ਇਹ ਭਾਰਤ ਵਰਸ਼ ਦੀ ਭੂਮੀ ਨੂੰ ਜਿਸ ਨੇ ਆ ਕੇ ਆਉਂਦਿਆਂ ਹੀ ਏਵਨਾਵਾਦ ਨੂੰ ਲੁੱਟਦਿਆਂ ਹੋਇਆਂ ਜਿਉਂ ਪਾਣੀਪਤ ਵੱਲ ਨੂੰ ਹਮਲਾ ਕਰਕੇ ਜੰਗ ਕਰਕੇ ਸਲਤਨਤ ਦਿੱਲੀ ਦੇ ਨਾਲ ਤੇ ਆਪਣੀ ਸਲਤਨਤ ਮੁਗਲਿਆ ਜਿਹੜੀ ਉਹ ਕਾਇਮ ਕੀਤੀ। ਪਠਾਨਾਂ ਨੂੰ ਖਦੇੜ ਕੇ
ਜਿਹੜੇ ਸਿਕੰਦਰ ਵਰਗੇ, ਜਿਹੜੇ ਇਹ ਸਨਗੇ ਲੋਧੀ ਵਰਗੇ, ਉਹਨਾਂ ਨੂੰ ਇਥੋਂ ਖਦੇੜ ਕੇ ਤੇ ਆਪਣਾ ਸ਼ਾਸਨ ਕਾਇਮ ਕਰ ਲਿਆ, ਆਪਣਾ ਅਧਿਪਤ ਸਥਾਪਿਤ ਕਰ ਲਿਆ। ਕਿ ਉਹ ਬਾਬਰ ਵਰਗੇ ਹੁਣ ਹਨ? ਇੰਨੇ ਵੱਡੇ ਬਲਿਸ਼ਟ ਗਜਨੀ ਤੋਂ ਆ ਕੇ ਇਹ ਭਾਰਤ ਵਰਸ਼ ਦੀ ਭੂਮੀ, ਜਿਸ ਵਿੱਚੋਂ ਇੱਕ ਵੀ ਰਿਆਸਤ ਜਿਨ੍ਹਾਂ ਦੇ ਕੋਲ ਨਹੀਂ ਸੀ। ਐਸਾ ਨਹੀਂ ਕਿ ਹੌਲੀ ਹੌਲੀ ਇਸ ਦੇਸ਼ ਦੇ ਉੱਪਰ ਆਪਣਾ ਅਧਿਪਤ ਸਥਾਪਿਤ ਕੀਤਾ। ਜਿਉਂ ਹਮਲਾਵਰ ਬਣ ਕੇ ਬਾਬਰ ਆਇਆ, ਏਮਨਾ ਮਾਦਰਾਂ ਹੀ ਹੁੰਦੀਆਂ ਪਾਣੀਪਤ ਭੜਕਣਾ ਵੱਡਾ ਜੰਗ ਹੋਣ ਉਪਰੰਤ ਦਿੱਲੀ ਤੇ ਜਾ ਆਪਣੇ ਮੁਗਲੀਆ ਪਸ਼ਚਿਮ ਜਿਹੜੇ ਸਨ ਝੰਡੇ ਉਹ ਲਹਿਰਾ ਦਿੱਤੇ। ਏਡਾ ਵੱਡਾ ਸੈਨਿਆ ਬਲ ਜਿਸ ਬਾਬਰ ਦੇ ਕੋਲ ਸੀ, ਕਿ ਉਹ ਸਥਿਰ ਕਰਕੇ ਰਿਹਾ ਹੈ ਕਿ ਅੱਜ ਸੰਸਾਰ ਵਿੱਚ ਹੈ ਉਹ ਚਲਿਆ ਗਿਆ। ਸਕਲ ਕਾਲ ਕੋ ਇਹ ਚਬੀਨਾ, ਸਾਰੇ ਹੀ ਕਾਲ ਦਾ ਚਬੀਨਾ ਹਨ, ਕਾਲ ਦਾ ਭੋਜਨ ਹਨ। ਸਾਰਿਆਂ ਨੂੰ ਕਾਲ ਨੇ ਚੱਬ ਜਾਣਾ, ਖਾ ਜਾਣਾ। ਧਨ ਸੇ ਪ੍ਰਾਨੀ ਜਿਨ ਜਸ ਲੀਨਾ, ਪਰ ਉਹ ਪ੍ਰਾਣੀ ਧਨਤਾ ਯੋਗ ਹਨ, ਉਹ ਸਲਾਹੁਣੇ ਵਡਿਆਉਣੇ ਤੇ ਸਨਮਾਨ ਸਤਕਾਰ ਯੋਗ ਹਨ, ਜਿਨ੍ਹਾਂ ਨੇ ਪਰਉਪਕਾਰ ਹੇਤੂ ਆਪਣਾ ਤਨ ਤਿਆਗਿਆ ਹੈ, ਜਿਨ੍ਹਾਂ ਨੇ ਦੂਜਿਆਂ ਦੇ ਭਲੇ, ਦੂਜਿਆਂ ਦੀ ਕਲਿਆਣ ਹੇਤੂ, ਗਊ ਗਰੀਬ ਅਤੇ ਧਰਮ ਦੀ ਰੱਖਿਆ ਵਾਸਤੇ ਜਿਨ੍ਹਾਂ ਨੇ ਆਪਣਾ ਸਰੀਰ ਤਿਆਗਿਆ ਹੈ, ਉਹ ਧਨਤਾ ਯੋਗ ਹਨ। ਰਾਜੇ ਕੰਨੈ ਕਹੋ ਕੁਟਵਾਰ, ਸੋ ਇਹ ਕੋਤਵਾਲ ਜਾ ਕੇ ਆਪਣੇ ਰਾਜੇ ਭੀਮ ਚੰਦ ਨੂੰ ਕਹਿ ਦਵੀਂ, ਕਰਾਮਾਤ ਹੈ ਕਹਿਰ ਉਦਾਰ। ਇਹ ਕਰਾਮਾਤ ਕਹਿਰ ਦਾ ਨਾਮ ਹੈ। ਉਹ ਕਹਿੰਦਾ ਸੀ ਜੀ ਏਡੇ ਕਰਾਮਾਤੀ ਗੁਰੂ ਤੇਗ ਬਹਾਦਰ ਸਾਹਿਬ ਜੀ, ਤੇ ਜਦੋਂ ਔਰੰਗਜ਼ੇਬ ਤਸ਼ੱਦਦ ਢਾ ਰਿਹਾ ਸੀ ਤੇ ਕਰਾਮਾਤ ਕਿਉਂ ਨਹੀਂ ਵਿਖਾਈ? ਜਾ ਕੇ ਭੀਮ ਚੰਦ ਨੂੰ ਕਹਿ ਦਵੀਂ ਕਰਾਮਾਤ ਕਹਿਰ ਦਾ ਨਾਮ ਹੈ। ਕਪਟ ਕੂਰ ਕਰ ਕਹਿਰ ਨਾ ਜਾਚੋ, ਮਨ ਵਿੱਚ ਕਪਟ ਰੱਖ ਕੇ ਤੇ ਮੁਖੋਂ ਝੂਠ ਬੋਲ ਬੋਲ ਕੇ ਕਹਿਰ ਦੀ ਜਾਚਨਾ ਇੱਛਾ ਨਾ ਕਰੋ, ਕਹਿਰ ਨਾ ਮੰਗੋ, ਗੁਰੂ ਦੀ ਕਰਾਮਾਤ ਨਾ ਵੇਖੋ। ਸਰਲ ਹਿਰਦੇ ਹਰ ਸਿਮਰਨ ਰਾਚੋ, ਮਨ ਨੂੰ ਸਰਲ ਰੱਖ ਕੇ, ਸਿੱਧਿਆਂ ਰੱਖ ਕੇ ਉਸ ਭਗਵਾਨ ਪਰਮੇਸ਼ਰ ਦਾ ਸਿਮਰਨ ਜਿਹੜਾ ਉਹਦੇ ਵਿੱਚ ਰਾਚੋ, ਨਾਮ ਭਿੱਜੋ। ਗੁਰ ਘਰ ਸਰਬ ਵਸਤ ਤੇ ਪੂਰਨ, ਗੁਰੂ ਨਾਨਕ ਸਾਹਿਬ ਜੀ ਦਾ ਘਰ ਸਾਰੀਆਂ ਵਸਤੂਆਂ ਦੇ ਨਾਲ ਪਰਿਪੂਰਨ ਹੈ। ਸ਼ਰਧਾ ਤੇ ਪ੍ਰਾਪਤ ਹੋਏ ਤੂਰਨ, ਜੋ ਸ਼ਰਧਾ ਨਾਲ ਇੱਥੇ ਆਉਂਦਾ ਹੈ, ਸ਼ਰਧਾ ਨਾਲ ਝੁਕਦਾ ਹੈ, ਉਹਨੂੰ ਤੁਰੰਤਾ ਨਾਲ, ਸ਼ੀਘਰਤਾ ਨਾਲ ਸਭ ਵਸਤੂਆਂ ਮਿਲ ਜਾਂਦੀਆਂ, ਕਿਉਂਕਿ ਇੱਥੇ ਭੰਡਾਰੇ ਭਰੇ ਹੋਏ ਹੈ, ਕੋਈ ਕਮੀ ਨਹੀਂ ਹੈ। ਜੋ ਜਾਚਦਾ ਉਹੀਓ ਮੰਗਦਾ, ਉਹੀਓ ਮਿਲਦਾ ਹੈ। ਜੇ ਕੋ ਬੁਰਾ ਕਰ ਕਿਸ ਭਾਂਤੀ, ਤੇ ਜੇ ਕੋਈ ਕਿਸੇ ਤਰ੍ਹਾਂ ਵੀ ਕੋਈ ਬੁਰਾ ਚਿਤਵਦਾ ਹੈ, ਬੁਰਾ ਸੋਚਦਾ ਹੈ, ਮਨ ਵਿੱਚ ਖੋਟ ਰੱਖਦਾ ਹੈ ਗੁਰੂ ਘਰ ਪ੍ਰਤੀ, ਲਹਿ ਸੰਕਟ ਕੋ ਭੂਮ ਪਪਾਤੀ, ਉਹ ਫਿਰ ਸੰਕਟ ਹੀ ਜਿਹੜਾ ਹੈ ਉਹ ਚੱਲਦਾ ਹੈ, ਉਹਨੂੰ ਭਾਰੀ ਵੱਡਾ ਸੰਕਟ ਹੀ ਪ੍ਰਾਪਤ ਹੁੰਦਾ ਹੈ। ਕਿਤਨਾ ਵੀ ਵੱਡਾ ਉਹ ਅਧਿਪਤ ਹੋਵੇ, ਕਿਤਨਾ ਵੀ ਉਹ ਆਕਾਸ਼ ਤੇ ਚੜ੍ਹਿਆ ਹੋਵੇ, ਭਾਵ ਉਹਦਾ ਉੱਚਾ ਪ੍ਰਤਾਪ ਹੋਵੇ, ਜੋ ਗੁਰੂ ਘਰ ਨਾਲ ਮੱਥਾ ਲਾਵੇਗਾ ਉਲਟ ਕੇ ਭੂਮੀ ਤੇ ਡਿੱਗੇਗਾ। ਦੂਧ ਪੂਤ ਧਨ ਧਾਮ ਬਹਾਨੇ, ਗੁਰੂ ਘਰ ਦੇ ਵਿੱਚ ਦੁੱਧ ਪੁੱਤ ਧਨ ਸਮੱਗਰੀ ਸਭ ਬੇਅੰਤ ਭੰਡਾਰੇ ਭਰੇ ਹੈ। ਗਾਜ ਬਾਜੀ ਗਾਨ ਰਤਨ ਖਜ਼ਾਨੇ, ਇੱਥੇ ਕੋਈ ਕਮੀ ਹੈ? ਇੱਕ ਪ੍ਰਸ਼ਾਦੀ ਹਾਥੀ, ਬੇਸ਼ੁਮਾਰ ਪ੍ਰਸ਼ਾਦੀ ਹਾਥੀ ਗੁਰਾਂ ਦੇ ਕੋਲ ਆਣਗੇ। ਬੇਅੰਤ ਹਾਥੀ, ਬੇਅੰਤ ਘੋੜੇ, ਬੇਅੰਤ ਰੱਥ, ਬੇਅੰਤ ਰਤਨ ਆਦਿ ਪਦਾਰਥ, ਕੋਈ ਕਮੀ ਨਹੀਂ ਇੱਥੇ। ਗੁਰ ਘਰ ਮੈਂ ਹੈ ਉੱਤਮ ਇਹ ਘਨੇ, ਇਹ ਉੱਤਮ ਸ੍ਰੇਸ਼ਟ ਬੇਅੰਤ ਵਸਤੂਆਂ ਹਨ ਗੁਰੂ ਘਰ ਵਿੱਚ। ਪਾਵਹਿ ਸੋ ਸੇਵਕ ਜੋ ਬਨੇ, ਪਰ ਪ੍ਰਾਪਤੀ ਉਹਨੂੰ ਹੋਣੀ ਜਿਹੜਾ ਸੇਵਕ ਬਣੇਗਾ।
ਇੱਥੇ ਕਮੀ ਨਹੀਂ ਹੈ ਗੁਰੂ ਘਰ ਵਿੱਚ। ਬਖਸ਼ਿਸ਼ਾਂ ਉਹਨੂੰ ਮਿਲਣੀਆਂ ਜਿਹੜਾ ਨਿਭ ਕੇ ਚੱਲੇਗਾ, ਗੁਰੂ ਘਰ ਅੱਗੋਂ ਝੁਕ ਕੇ ਚੱਲੇਗਾ, ਜਿਹਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਤੇ ਬਨਿਮਰਤਾ ਹੋਵੇਗੀ। ਹੋਏ ਹੰਕਾਰੀ ਓਜ ਜਨਾਵਹਿ। ਜਿਹੜਾ ਅਹੰਕਾਰ ਸੰਯੁਗਤ ਆਪਣਾ ਓਜ ਜਣਾਵੇਗਾ, ਹਉਮੈ ਸੰਯੁਗਤ ਆਪਣਾ ਬਲ ਜਣਾਵੇਗਾ। ਗੁਰ ਤੇ ਪ੍ਰਤੀਕੂਲ ਬਨ ਆਵਹਿ। ਤੇ ਸਤਿਗੁਰਾਂ ਤੋਂ ਪ੍ਰਤੀਕੂਲ ਉਲਟ ਬਣ ਕੇ ਗੁਰੂ ਦੇ ਸਾਹਮਣੇ ਆਵੇਗਾ। ਬਲ ਤੇ ਕਰਹਿ ਜਾਚਨਾ ਜੋਏ। ਬਲਪੂਰਵਕ ਜਿਹੜਾ ਜਾਚਨਾ ਕਰੇਗਾ, ਬਲਪੂਰਵਕ ਗੁਰੂ ਕੋਲੋਂ ਕੁਝ ਮੰਗੇਗਾ। ਖੜਗ ਧਾਰ ਤੇ ਪ੍ਰਾਪਤ ਸੋਏ। ਤੇ ਖੜਗ ਧਾਰ ਤੇ ਉਹਨੂੰ ਫਿਰ ਖੜਗ ਧਾਰ ਕਹੀਏ ਪਰਮੇਸ਼ਰ ਕੋਲੋਂ ਹੀ ਉਹ ਪ੍ਰਾਪਤ ਹੋਵੇਗੀ ਵਸਤੂ। ਭਾਵ ਜਿਹੜਾ ਬਲਪੂਰਵਕ ਆ ਕੇ ਇਥੋਂ ਮੰਗੇਗਾ, ਉਹਨੂੰ ਇਥੋਂ ਕੁਝ ਵੀ ਨਹੀਂ ਪ੍ਰਾਪਤ ਹੋਣਾ, ਹਾਸਲ ਹੋਣਾ। ਜਿਹੜਾ ਨਿਭ ਕੇ ਆਵੇਗਾ ਉਹ ਬਖਸ਼ਿਸ਼ਾਂ ਨਾਲ ਨਿਵਾਜਿਆ ਜਾਵੇਗਾ। ਅਥਵਾ ਬਲ ਤੇ ਕਰੇ ਜਾਚਨਾ, ਜੋ ਜਿਹੜਾ ਬਲਪੂਰਵਕ ਆ ਕੇ ਇਥੋਂ ਹਠਪੂਰਵਕ ਮੰਗੇਗਾ, ਉਹਨੂੰ ਫਿਰ ਖੜਗ ਧਾਰ, ਤਲਵਾਰ ਦੀ ਧਾਰ ਹੀ ਪ੍ਰਾਪਤ ਹੋਵੇਗੀ। ਇਥੋਂ ਝੁਕ ਕੇ ਦਾਤਾਂ ਮਿਲਦੀਆਂ ਹਨ। ਜਿਹੜਾ ਅੜੇਗਾ ਉਹ ਝੜੇਗਾ, ਅੜੇ ਸੋ ਝੜੇ, ਸਰਨ ਪਰੇ ਸੋ ਤਰੇ। ਜਿਹੜਾ ਗੁਰੂ ਦੀ ਸ਼ਰਨ ਵਿੱਚ ਪਵੇਗਾ ਉਹ ਤਰ ਜਾਵੇਗਾ। ਜਿਹੜਾ ਇੱਥੇ ਆ ਕੇ ਅੜੇਗਾ ਉਹਨੂੰ ਝੜਦਿਆਂ ਦੇਰੀ ਨਹੀਂ ਲੱਗਣੀ। ਇਹ ਗੱਲਾਂ ਜਾ ਕੇ ਆਪਣੇ ਰਾਜੇ ਭੀਮ ਚੰਦ ਨੂੰ ਦੱਸ ਦਵੀਂ, ਜਣਾ ਦਵੀਂ ਕਿ ਮਨ ਵਿੱਚ ਸਰਲਪੁਣਾ ਨਹੀਂ ਹੈ ਤੇਰੇ। ਸਰਲਪੁਣਾ ਹੁੰਦਾ ਤੇ ਅਵਸ਼ਯ ਗੁਰੂ ਘਰ ਵਿੱਚੋਂ ਬਖਸ਼ਿਸ਼ਾਂ ਨਾਲ ਨਿਵਾਜਿਆ ਜਾਣਾ। ਪਰ ਕਪਟ ਰੱਖ ਕੇ ਗੁਰੂ ਘਰ ਵਿੱਚੋਂ ਨਾ ਕੁਝ ਕਿਸੇ ਨੂੰ ਹਾਸਲ ਹੋਇਆ ਹੈ ਤੇ ਨਾ ਹੀ ਤੈਨੂੰ ਹੋਵੇਗਾ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਸ਼ ਬੁੱਧੀ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭੇ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਬਾਲ ਤੇ ਕਰਹਿ ਜਾਚਨਾ ਜੋਏ। ਖੜਗ ਧਾਰ ਤੇ ਪ੍ਰਾਪਤ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।